ਪ੍ਰੇਜ਼ ਦ ਲੋਰਡ। ਯਿਸੂ ਕੁਝ ਵੀ ਕਰ ਸਕਦਾ ਵਿੱਚ ਅੱਜ ਫਿਰ ਤੁਹਾਡੇ ਲਈ ਰੋਜ਼ ਦੀ ਰੋਟੀ ਦੇ ਵਿੱਚੋਂ ਮੈਂ ਕੁਝ ਹਿੱਸਾ ਜਿਹੜਾ ਕਿ ਖੁਦਾ ਨੇ ਸਾਡੇ ਲਈ ਅੱਜ ਰੱਖਿਆ ਉਹ ਤੁਹਾਡੀ ਜ਼ਰੂਰ 'ਚ ਲੈ ਕੇ ਹਾਜ਼ਰ ਹਾਂ। ਤੁਹਾਡੀ ਮੇਜ਼ਬਾਨ ਕੁਲਵਿੰਦਰ ਕੇਂਦਰ। ਆਸ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਰਹੇ ਹੋਵੋਗੇ ਅਤੇ ਅੱਜ ਤੁਸੀਂ ਬਚਨ ਸੁਣ ਕੇ ਬਹੁਤ ਜ਼ਿਆਦਾ ਜਿਹੜੀ ਬਰਕਤ ਵੀ ਪਾਓਗੇ। ਅਸੀਂ ਖੁਦਾਵੰਦ ਯਿਸੂ ਮਸੀਹ ਦੀ ਹਜ਼ੂਰ ਦੇ ਵਿੱਚ ਨਾਅਰਾ ਲਾਉਣਾ ਹੈ ਕਿ ਯਿਸੂ ਕੁਝ ਵੀ ਕਰ ਸਕਦਾ ਹੈ। ਅਤੇ ਅਸੀਂ ਸ਼ੁਰੂ ਕਰਨ ਲੱਗੇ ਹਾਂ ਸੈਕਿੰਡ ਤਵਾਰੀਖ, ਜਿਹਨੂੰ ਆਪਾਂ ਉਰਦੂ 'ਚ ਕਹਿੰਦੇ ਹਾਂ ਇਤਿਹਾਸ, ਮੇਰੇ ਵਾਲੀ ਪੰਜਾਬੀ 'ਚ ਕਹਿੰਦੇ ਹਾਂ ਅਤੇ ਇੰਗਲਿਸ਼ 'ਚ ਆਪਾਂ ਕ੍ਰੋਨਿਕਲਸ ਕਹਿੰਦੇ ਹਾਂ। ਦੂਸਰੇ ਕ੍ਰੋਨਿਕਲਸ ਦੇ 14ਵੇਂ ਚੈਪਟਰ ਦੀ 11ਵੀਂ ਆਇਤ ਨੂੰ ਅਸੀਂ ਪੜ੍ਹਨਾ, ਇੰਗਲਿਸ਼ ਵਿੱਚ ਵੀ ਪੜ੍ਹਾਂਗੇ ਅਤੇ ਪੰਜਾਬੀ ਵਿੱਚ ਵੀ ਪੜ੍ਹਾਂਗੇ ਤਾਂ ਕਿ ਅਸੀਂ ਅੱਛੇ ਤਰੀਕੇ ਨਾਲ ਉਹਨੂੰ ਸਮਝ ਸਕੀਏ। ਅਤੇ ਪਹਿਲੇ ਮੈਂ ਉਹਨੂੰ ਪੰਜਾਬੀ 'ਚ ਪੜ੍ਹਦੀ ਹਾਂ ਫਿਰ ਆਪਾਂ ਉਹਨੂੰ ਇੰਗਲਿਸ਼ 'ਚ ਪੜ੍ਹਾਂਗੇ। ਆਸਾ ਨੇ ਯਹੋਵਾ ਖੁਦਾ ਬਾ ਆਪਣੇ ਖੁਦਾ ਦੇ ਅੱਗੇ ਦੁਆ ਕੀਤੀ, ਫਰਿਆਦ ਕੀਤੀ ਕਿ ਹੇ ਖੁਦਾ ਰੱਬੀ, ਜ਼ੋਰਾਵਰ ਅਤੇ ਕਮਜ਼ੋਰ ਦੀ ਸਹਾਇਤਾ ਕਰਨ ਵਾਲੇ, ਤੇਰੇ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ ਹੈ। ਹੇ ਯਹੋਵਾ ਸਾਡੇ ਪਰਮੇਸ਼ਵਰ, ਤੂੰ ਸਾਡੀ ਮਦਦ ਕਰ ਕਿ ਜੋ ਅਸੀਂ ਤੇਰੇ ਉੱਤੇ ਹੀ ਭਰੋਸਾ ਰੱਖਦੇ ਹਾਂ, ਤੇਰੇ ਨਾਮ ਉੱਤੇ ਇਕੱਟਕ ਦੇ ਵਿਰੁੱਧ ਅਸੀਂ ਆਏ ਹਾਂ। ਤੂੰ ਹੇ ਖੁਦਾ, ਤੂੰ ਸਾਡਾ ਰੱਬ ਹਰਫਾਜ਼ ਪਰਮੇਸ਼ਵਰ ਹੈ ਅਤੇ ਇਨਸਾਨ ਤੇਰੇ ਮੁਕਾਬਲੇ ਵਿੱਚ ਕਦੀ ਵੀ ਨਾ ਜਿੱਤੇ। ਜਿਸ ਤਰ੍ਹਾਂ ਕਿ ਖੁਦਾਵਾਂ ਦੇ ਖੁਦਾ ਨੂੰ ਅਸੀਂ ਆਪਣੀਆਂ ਅਰਦਾਸਾਂ, ਆਪਣੀਆਂ ਬੇਨਤੀਆਂ, ਆਪਣੀਆਂ ਅਰਜ਼ੀਆਂ ਜਿਹੜੀਆਂ ਉਹ ਦੱਸ ਸਕਦੇ ਹਾਂ ਕਿ ਉਹ ਜੋ ਅਸੀਂ ਹਿਸਟਰੀ ਵਿੱਚ ਦੇਖ ਰਹੇ ਹਾਂ ਤਵਾਰੀਖ, ਦੂਸਰੇ ਤਵਾਰੀਖ ਦੇ 14ਵੇਂ ਚੈਪਟਰ ਦੀ 11ਵੀਂ ਆਇਤ ਵਿੱਚ, ਜੋ ਕਿ ਅਸੀਂ ਪੰਜਾਬੀ ਵਿੱਚ ਅਤੇ ਉਰਦੂ ਵਿੱਚ ਅਸੀਂ ਪੜ੍ਹੀ ਅਤੇ ਮੈਂ ਉਹਨੂੰ ਇੰਗਲਿਸ਼ ਵਿੱਚ ਹੌਲੀ ਪੜ੍ਹਨ ਜਾ ਰਹੀ। ਐਂਡ Asa cried out to the Lord his God, said, Lord, it's nothing for you to help, whether with many or with those who have no power. Help us, O Lord our God. We rest on you, and in your name we go against this multitude. O Lord, you are our God. Do not let man prevail against you. ਕਿਸ ਤਰ੍ਹਾਂ ਖੁਦਾ ਦੇ ਬੰਦੇ ਨੇ ਖੁਦਾਵਾਂ ਦੇ ਖੁਦਾ ਦੇ ਸਾਹਮਣੇ ਖੁਦਾਵਾਂ ਦੇ ਖੁਦਾ ਨੂੰ ਉਹਦੀ ਤਾਕਤ ਦਾ ਅਹਿਸਾਸ ਇਜ਼ਹਾਰ ਕਰਵਾ ਦਿੱਤਾ। ਪਹਿਲੇ ਵੀ ਅਸੀਂ ਪਿੱਛੇ ਹਿਸਟਰੀ ਵਿੱਚ ਵੀ ਚਲੇ ਜਾਈਏ ਅਤੇ ਮੂਸਾ ਵੀ ਆਹੀ ਕਰਦਾ, ਖੁਦਾ ਦੇ ਨਾਲ ਕਹਿੰਦਾ ਹੈ ਕਿ ਤੈਨੂੰ ਆਪਣੇ ਵੱਡੇ ਨਾਂ ਦਾ ਵਾਸਤਾ, ਤੇਰੇ ਨਾਂ ਦੀ ਕੋਈ ਇੱਜ਼ਤ ਹੈ। ਇਹ ਕਹਿ ਰਿਹਾ ਇੱਥੇ ਅਸਾ ਕਹਿੰਦਾ ਹੈ ਕਿ ਜਿਹੜਾ ਭਾਵਾਂ ਕਹਿੰਦਾ ਹੈ ਕਿ ਉਹ ਤਾਕਤਵਰ ਹੋਵੇ ਅਤੇ ਜਾਂ ਉਹਦੇ ਕੋਲ ਨਾ ਤਾਕਤ ਹੋਵੇ, ਪਰ ਕਹਿੰਦਾ ਜਦੋਂ ਤੇਰੇ ਨਾਲ ਉਹ ਜੁੜ ਜਾਂਦਾ, ਜਿਹਦੇ ਨਾਲ ਤੂੰ ਹੋ ਜਾਣਾ, ਉਹਦੇ ਖਿਲਾਫ ਕੋਈ ਨਹੀਂ ਹੋ ਸਕਦਾ। ਅਤੇ ਕਹਿੰਦਾ ਇਸ ਕਰਕੇ ਤੂੰ ਆਦਮੀ ਕਿਉਂ ਤੇਰੇ ਕੋਲ ਜਿੱਤ ਪਾਵੇ। ਅਸੀਂ ਇਹਨੂੰ ਦੇਖ ਰਹੇ ਕਿ ਕਿੰਗ Asa's army had 580,000 men armed with bow and spears. ਅਸੀਂ ਇੱਥੇ ਸਿੱਖ ਰਹੇ ਹਾਂ ਕਿ ਆਸਾ ਜਿਹੜਾ ਬਾਦਸ਼ਾਹ, ਉਹਦੀ ਜਿਹੜੀ ਫੌਜ ਆ ਉਹਦੇ ਕੋਲ 500 ਜਿਹੜੇ ਉਹਦੇ ਸਿਪਾਹੀ ਅਤੇ ਉਹਦੇ ਕੋਲ 580,000 ਆਦਮੀ ਅਤੇ ਔਰਤਾਂ, ਜਿਨ੍ਹਾਂ ਦੇ ਕੋਲ ਤੀਰ ਕਮਾਨ ਸੀ, ਜਿਨ੍ਹਾਂ ਦੇ ਕੋਲ ਹੋਰ ਨੇਜ਼ੇ ਸੀ, ਹਥਿਆਰ ਸੀ, ਉਹਨਾਂ ਨਾਲ ਉਹ ਹਥਿਆਰਬੰਦ ਸੀ। ਐਂਡ ਦ ਕਿੰਗ ਆਫ ਇਥੋਪੀਆ with an army of 1 million men and 300 chariots went up against him. ਤੇ ਅਸੀਂ ਦੇਖਦੇ ਕਿ ਫਿਰ ਇਥੋਪੀਆ ਦਾ ਜਿਹੜਾ ਰਾਜਾ, ਉਹਨਾਂ ਦੀ ਜਿਹੜੀ ਬਾਦਸ਼ਾਹ, ਉਹਨਾਂ ਦੀ ਜਿਹੜੀ ਹੈਗੀ ਸੀ ਫੌਜ, ਉਹ ਕਈ ਲੱਖ, ਇੱਥੇ 1 ਮਿਲੀਅਨ, ਉਹ 1 ਲੱਖ ਆਦਮੀ ਅਤੇ ਬਾਕੀ 300 ਕਿ 300 ਜਿਹੜੇ ਰੱਥ ਸੀਗੇ ਉਹਨਾਂ ਦੇ ਖਿਲਾਫ ਐਕਸਟਰਾ ਜਿਹੜੇ ਹੋ ਗਏ। 1 ਮਿਲੀਅਨ ਅਗੇਂਸਟ 580,000, 1 ਲੱਖ ਦੇ ਅਗੇਂਸਟ ਮਤਲਬ 580,000, ਮਤਲਬ ਉਹਨਾਂ ਦੀ ਅਸੀਂ ਦੇਖਦੇ ਕਿ ਉਹਨਾਂ ਦੀ ਗਿਣਤੀ ਭਾਰੀ ਸੀਗੀ। Asa then made the best choice to appeal to God in sincere prayer and humility. ਅਸੀਂ ਦੇਖਦੇ ਕਿ ਅਸਾ ਨੇ ਇਹ ਨਹੀਂ ਦੇਖਿਆ ਕਿ ਮੇਰੇ ਜਿਹੜੇ 580,000 ਆ ਇਹ ਬੜੇ ਤਾਕਤਵਰ ਹੈਗੇ ਆ, ਇਹ ਉਹਨਾਂ ਉੱਤੇ ਗਲਬਾ ਪਾ ਲੈਣਗੇ ਜਾਂ ਕੁਛ ਵੀ ਨਹੀਂ। ਉਹਨੇ ਸਿੰਸੀਅਰ ਦਿਲ ਦੀਆਂ ਗਹਿਰਾਈਆਂ ਤੋਂ ਖੁਦਾ ਦੇ ਸਾਹਮਣੇ ਅਰਜ਼ ਰੱਖ ਦਿੱਤੀ, ਬੇਨਤੀ ਰੱਖ ਦਿੱਤੀ, ਨਾ ਚੀਜ਼ ਹੋ ਕੇ ਉਹਨੂੰ ਕਿਹਾ ਕਿ ਮੈਂ ਕਮਜ਼ੋਰ ਹਾਂ ਪਰ ਤੂੰ ਜ਼ੋਰਾਵਰ ਹਾਂ।
ਜਿਸ ਤਰ੍ਹਾਂ ਇੱਕ ਮੈਨੂੰ ਉਹ ਯਾਦ ਆ ਰਿਹਾ ਇੱਥੇ ਜ਼ਬੂਰ, ਸਾਂਭ ਕੇ ਰੱਖੀ ਦਿਲ ਦਾ ਮੈਂ ਕਮਜ਼ੋਰ ਕਿ ਯਿਸੂ ਮੈਨੂੰ ਸਾਂਭ ਕੇ ਰੱਖੀ। ਪਰ ਇੱਥੇ ਉਹਨੇ ਕਿਹਾ ਕਿ ਕਮਜ਼ੋਰ ਵੀ ਜਿਹੜਾ ਉਹ ਤੇਰੇ ਵਿੱਚ ਆ ਕੇ ਜ਼ੋਰਾਵਰ ਹੋ ਜਾਂਦਾ। ਤੇ ਲਾਸਟ 'ਚ ਕਹਿੰਦਾ ਕਿ ਇੱਕ ਆਦਮੀ ਨੂੰ ਤੂੰ ਕਿਉਂ ਜਿਤਾ ਦੇਵੇਂ ਜਦੋਂ ਕਿ ਮੈਂ ਕਹਿੰਦਾ ਕਿ ਸਾਡੇ ਵੱਲੋਂ ਤੂੰ ਖੁਦ ਆਪ ਲੜਨ ਜਾ ਰਿਹਾ। His prayer serves a model for us in the struggles we face every day। ਤੇ ਉਹਦੀ ਜਿਹੜੀ ਦੁਆ ਆ ਉਹ ਸਾਡੇ ਸਾਰਿਆਂ ਲਈ ਅੱਜ ਵੀ ਉਹ ਇੱਕ ਨਮੂਨਾ ਬਣਦੀ ਆ, ਜਿਹੜੀ ਉਹਨੇ ਉਦੋਂ ਕੀਤੀ ਜਦੋਂ ਉਹਨੇ ਇਥੋਪੀਆ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਤੇ ਉਹਨੇ ਖੁਦਾ ਨੂੰ ਨਾਲ ਲੈ ਕੇ ਉਹਦੇ ਰਾਹੀਂ ਜਿੱਤ ਪ੍ਰਾਪਤ ਕੀਤੀ। Asa acknowledged that apart from God, no one could help in a battle between the mighty and the powerless। ਕਿਉਂ ਕਿ ਅਰਸਾ ਨੇ ਸਭ ਤੋਂ ਪਹਿਲਾਂ ਇਸ ਗੱਲ ਨੂੰ ਇਹਨੂੰ ਰੀਅਲਾਈਜ਼ ਕਰਕੇ ਉਹਨੂੰ ਪਛਾਣ ਲਿਆ, ਇਹਨੂੰ ਪਛਾਣ ਕੇ ਇਹਨੂੰ ਆਪਣੇ ਦਿਲ 'ਚ ਬਿਠਾ ਕੇ ਐਕਸੈਪਟ ਕਰ ਲਿਆ, ਹੱਥ ਖੜੇ ਕਰਕੇ ਕਿ ਤੇਰੇ ਤੋਂ ਬਿਨਾਂ ਨਹੀਂ ਮੈਂ ਕੁਛ ਵੀ। ਮੇਰੀ ਕਿੱਥੇ ਮੈਨੂੰ ਨਜ਼ਮ ਯਾਦ ਆ ਰਹੀ ਹੈ ਜਿਹੜੀ ਮੈਂ ਕਹਿੰਦੀ ਹਾਂ, ਤੇਰੇ ਤੋਂ ਬਿਨਾਂ ਨਾ ਕੋਈ ਵੀ ਯਿਸੂ ਜੀ ਮੇਰਾ, ਤੇਰੇ ਤੋਂ ਬਿਨਾਂ ਨਾ ਕੋਈ ਵੀ, ਕਮਲੇ ਰਮਲੇ ਜਈਆਂ ਪਾਵੇਂ ਪਰ ਮੈਂ ਯਿਸੂ ਤੇਰੀ ਹੀ ਤੇਰੀ ਹੀ ਤੇਰੀ ਹੀ ਤੇਰੀ ਹੀ। ਸੋ ਇੱਥੇ ਉਹ ਕਹਿ ਰਿਹਾ ਕਿ ਤੇਰੇ ਤੋਂ ਬਿਨਾਂ ਕੋਈ ਨਹੀਂ ਆ, ਤੇ ਉਹਨੇ ਆਪਣੇ ਆਪ ਨੂੰ ਨਾਚੀਜ਼ ਬਣਾ ਕੇ, ਤਾਕਤਹੀਨ ਬਣਾ ਕੇ ਉਹਨੇ ਖੁਦਾ ਦੇ ਸਾਹਮਣੇ ਪ੍ਰੈਜ਼ੈਂਟ ਕਰਤਾ। Even today we see the powerful rising against those who are of God, but the wise know that they have someone who they can trust in। ਕਿਉਂਕਿ ਅੱਜ ਵੀ ਇਹ ਹੁੰਦਾ ਹੈ ਕਿ ਬਹੁਤ ਤਾਕਤਾਂ ਜਿਹੜੀਆਂ ਉਹ ਉਹਨਾਂ ਦੇ ਖਿਲਾਫ ਉੱਠ ਖੜੀਆਂ ਹੁੰਦੀਆਂ ਜਿਹੜੇ ਖੁਦਾ ਦੇ ਵਿੱਚ ਅੱਗੇ ਵਧ ਰਹੇ ਆ, ਪਰ ਉਹ ਇਹ ਨਹੀਂ ਜਾਣਦੇ ਕਿ ਜਿਨ੍ਹਾਂ ਦੇ ਉੱਤੇ ਅਸੀਂ ਟਰਸਟ ਕਰਦੇ ਹਾਂ, ਜਿਹੜੇ ਸਾਡਾ ਭਰੋਸਾ ਆ, ਸਾਡਾ ਯਕੀਨ ਆ, ਸਾਡੀ ਆਇਡੈਂਟੀਟੀ ਆ, ਸਾਡੀ ਹੋਂਦ ਆ, ਉਹ ਸਭ ਕੁਛ ਹੀ ਕਰ ਸਕਦਾ ਹੈ। ਸੋ ਅਸੀਂ ਦੇਖਦੇ ਪਏ ਇੱਥੇ, when enemies are bigger, more powerful and more numerous, God has even bigger opportunity to show his power। ਕਿਉਂ? ਕਿਉਂਕਿ ਜਿਸ ਤਰ੍ਹਾਂ ਮੈਂ ਗੱਲ ਕਰਨ ਜਾ ਰਹੀ ਹਾਂ ਕਿ ਉਹ ਨਹੀਂ ਜਾਣਦੇ ਕਿ ਜਿੰਨੀ ਤਾਕਤਵਰ ਫੌਜ ਆ, ਜਿੰਨਾ ਕੁਛ ਸਾਡੇ ਅਗੇਂਸਟ ਆ, ਓਨਾ ਹੀ ਵੱਡਾ ਖੁਦਾਵੰਦ ਨੂੰ ਆਪਣੀ ਤਾਕਤ ਨੂੰ ਐਕਸਰਸਾਈਜ਼ ਕਰਨ ਦਾ ਮੌਕਾ ਆ ਕਿ ਅਸੀਂ ਫਿਰ ਇਹ ਕਹਿ ਸਕੀਏ ਕਿ ਯਿਸੂ ਕੁਝ ਵੀ ਕਰ ਸਕਦਾ, ਕਿਉਂਕਿ ਉਹ ਯਿਸੂ ਅਲਫਾ ਓਮੇਗਾ ਆ। ਉਹਨੇ ਕਿਹਾ ਮੈਂ ਜੋ ਹਾਂ ਸੋ ਹਾਂ। ਉਹ ਆਸਾ ਟਰਸਟਡ ਇਨ ਗੋਡ ਐਂਡ ਵੈਂਟ ਅਪ ਟੂ ਵੋਰ ਇਨ ਹਿਜ਼ ਨੇਮ। ਆਸਾ ਨੇ ਖੁਦਾ ਦੇ ਉੱਤੇ ਯਕੀਨ ਕਰਕੇ ਉਹਨੇ ਆਪਣੇ ਤੁਰੀ ਜਿਹੜੀ ਆ ਸੰਕ ਜਿਹੜਾ ਪੂਰ ਦਿੱਤਾ, ਨਰਸਿੰਗਾ ਫੁੱਤਾ, ਐਂਡ ਵੈਂਟ, ਉਹ ਚਲਾ ਗਿਆ ਉਹਦੇ ਨਾਂ ਦੇ ਵਿੱਚ। Whatever your war is, make sure to acknowledge that no one can help you but God। ਅੱਜ ਤੁਹਾਡੀ ਜ਼ਿੰਦਗੀ ਦੀ ਜੋ ਵੀ ਲੜਾਈ ਆ, ਚਾਹੇ ਤੁਹਾਡੇ ਆਪਣੇ ਆਪ ਨਾਲ ਆ ਕਿ ਤੁਸੀਂ ਉਸ ਤਰੀਕੇ ਦੇ ਨਾਲ ਖੁਦਾ ਦੇ ਲਈ ਆਪਣੇ ਆਪ ਨੂੰ ਪੇਸ਼ ਨਹੀਂ ਕਰ ਪਾ ਰਹੇ, ਚਾਹੇ ਤੁਹਾਡੀ ਲੜਾਈ ਜਿਹੜੀ ਆ ਅੱਜ ਉਹ ਦੁਨੀਆ ਨਾਲ ਆ ਕਿ ਉਹ ਤੁਹਾਨੂੰ ਪਛਾਣ ਨਹੀਂ ਰਹੀ, ਜਾਂ ਫਿਰ ਤੁਹਾਡੀ ਲੜਾਈ ਜਿਹੜੀ ਆ ਉਹ ਤੁਹਾਡੇ ਫਾਈਨੈਂਸਿਸ ਨੂੰ ਲੈ ਕੇ ਆ ਕਿ ਤੁਹਾਡੇ ਫਾਈਨੈਂਸਿਸ ਜਿਹੜੇ ਉਹ ਤੁਹਾਡੀਆਂ ਜਿਹੜੀਆਂ ਜ਼ਰੂਰਤਾਂ ਨੂੰ ਪੂਰਾ ਕਰ ਪਾ ਨਹੀਂ ਰਹੇ। ਪਰ ਉਹ ਕੋਈ ਵੀ ਤੁਹਾਡੀ ਜਿਹੜੀ ਲੜਾਈ ਆ ਖੁਦਾ ਤੋਂ ਬਗੈਰ ਤੁਸੀਂ ਕਦੀ ਵੀ ਨਹੀਂ ਜਿੱਤ ਸਕਦੇ, ਕਿਉਂਕਿ ਅਸੀਂ ਸਿੱਖ ਰਹੇ ਹਾਂ ਕਿ ਰਾਜਿਆਂ ਨੂੰ ਵੀ ਖੁਦਾ ਦੀ ਮਦਦ ਜਦੋਂ ਮੰਗਣ ਲਈ ਉਹਨਾਂ ਨੇ ਆਪਣੇ ਆਪ ਨੂੰ ਨਾਚੀਜ਼ ਬਣਾ ਦਿੱਤਾ ਤੇ ਉਹਨਾਂ ਨੇ ਵਡੇਰਿਆਂ ਉੱਤੇ, ਤਾਕਤਵਰਾਂ ਉੱਤੇ ਜਿੱਤ ਪ੍ਰਾਪਤ ਕਰ ਲਈ। Ask God to help you, trust him and don't be afraid, go to war in the name of Jesus। In the battle between the mighty and the powerless, call upon Almighty। ਤੁਸੀਂ ਖੁਦਾ ਦੀ ਹਜ਼ੂਰ ਦੇ ਵਿੱਚ ਤੁਸੀਂ ਸ਼ੈਤਾਨ ਨਾਲ ਲੜਨਾ ਸ਼ੁਰੂ ਕਰੋ, ਕਿਉਂਕਿ ਜਦੋਂ ਤੁਸੀਂ ਖੁਦਾ ਦੀ ਤਾਕਤ ਪਕੜ ਕੇ ਜਿਹੜੀ ਚੀਜ਼ ਤੁਹਾਡੀ ਜਿੱਤ ਦੇ ਵਿਚਕਾਲੇ ਆ ਰਹੀ ਉਹ ਸ਼ੈਤਾਨ ਆ, ਜਦੋਂ ਤੁਸੀਂ ਉਹਦੇ ਕੋਲ ਆਪਣੀ ਜਿਹੜੀ ਬਰਕਤ ਆ ਉਹ ਖੋਣ ਦੀ ਹਿੰਮਤ ਰੱਖਦੇ ਆ ਤੇ ਫਿਰ ਤੁਸੀਂ ਆਪਣੀ ਜਿਹੜੀ ਤੁਹਾਡੀ ਅਮੀਰੀ ਆ ਖੁਦਾ ਦੇ ਵਿੱਚ ਉਹਨੂੰ ਵੀ ਤੁਸੀਂ ਬਰਕਰਾਰ ਰੱਖ ਸਕਦੇ ਆ, ਤੁਸੀਂ ਉਹਨੂੰ ਲੈ ਸਕਦੇ ਆ। ਤੁਹਾਡੀ ਜਿਹੜੀ ਜੋ ਵੀ ਤੁਹਾਡੀ ਬਰਕਤਾਂ, ਡਿਵੋਵਰ ਪਾਵਰ ਜਿਹੜੀ ਆ, ਤੁਹਾਡੀਆਂ ਜਿਹੜੀਆਂ ਬਖਸ਼ਾਂ ਬਰਕਤਾਂ ਨੂੰ ਤਬਾਹ ਕਰਨ ਵਾਲੀ ਸ਼ੈਤਾਨ ਦੀ, ਤੁਸੀਂ ਉਹਦੇ ਉੱਤੇ ਗਲਬਾ ਫਤਹ ਹਾਸਲ ਕਰ ਸਕਦੇ ਆ। Asa and his army surprisingly defeat the Ethiopian army and win from his enemies। ਅੱਛਾ, ਅਸੀਂ ਇੱਥੇ ਦੇਖਦੇ ਹਾਂ ਕਿ ਆਸਾ ਨੇ ਹੈਰਾਨ ਕਰ ਦਿੱਤਾ ਇਥੋਪੀਅਨ ਸੁਸਾਇਟੀ ਨੂੰ, ਉਹਨਾਂ ਦੀ ਜਿਹੜੀ ਹੈਗੀ ਸੀ ਫੌਜ ਨੂੰ, ਕਿਉਂਕਿ ਉਹਨੇ ਜਿੱਤ ਪ੍ਰਾਪਤ ਕੀਤੀ। ਉਹਨੇ ਜਿੱਤ ਪ੍ਰਾਪਤ ਕੀਤੀ ਕਿਉਂਕਿ ਉਹਦੇ ਨਾਲ ਖੁਦਾਵਾਂ ਦਾ ਖੁਦਾ ਰੱਬ ਆਪ ਸੀ ਤੇ ਜਿਹਨੇ ਉਹਨੂੰ ਗਾਈਡ ਕੀਤਾ ਤੇ ਉਹਨੇ ਉਹਦੇ ਕੋਲ ਜਿੱਤ ਪ੍ਰਾਪਤ ਕੀਤੀ।
ਤੇ when you take on his name you take on his identity। ਜਦੋਂ ਤੁਸੀਂ ਉਹਦਾ ਨਾਂ ਲੈ ਕੇ ਕੁਝ ਸ਼ੁਰੂ ਕਰਦੇ ਆ ਤੇ ਤੁਸੀਂ ਸੱਚੀ ਮੁੱਚੀ ਉਹਦੇ ਨਾਂ ਨੂੰ ਪਹਿਨ ਲੈਂਦੇ ਆ ਤੇ ਤੁਸੀਂ ਉਹਦੀ ਆਇਡੈਂਟੀਟੀ ਉਹਦੀ ਹੋਂਦ ਵੀ ਨਾਲ ਲੈ ਲੈਂਦੇ ਆ। ਦੂਸਰੇ ਨੂੰ ਨਹੀਂ ਪਤਾ ਲੱਗਦਾ ਕਿ ਕਿਹੜੀ ਚੀਜ਼ ਆ ਤੁਹਾਡੀ ਜਿਹੜੀ ਉਹਨਾਂ ਨੂੰ ਡਰਾ ਰਹੀ ਹੈ ਜੇ ਉਹ ਗਲਤੀਆਂ ਕਰ ਰਿਹਾ, ਜਾਂ ਕਿਹੜੀ ਚੀਜ਼ ਆ ਜਿਹੜੀ ਤੁਹਾਡੀ ਉਹ ਜਿਨ੍ਹਾਂ ਦਾ ਉਹਨਾਂ ਕੋਲੇ ਹੱਲ ਨਹੀਂ ਉਹ ਤੁਸੀਂ ਕਰੀ ਜਾ ਰਹੇ ਆ। Those who come against you will face God himself, and one thing is certain, no one can prevail against God। Call upon God in your struggles। ਤੁਸੀਂ ਜਦੋਂ ਆਪਣੀਆਂ ਮੁਸ਼ਕਿਲਾਂ ਆਪਣੀਆਂ ਲੜਾਈਆਂ ਦੇ ਵਿੱਚ ਖੁਦਾ ਨੂੰ ਆਵਾਜ਼ ਮਾਰੋਗੇ ਉਹ ਤੁਹਾਡੇ ਲਈ ਆ ਕੇ ਲੜੇਗਾ ਤੇ ਫਿਰ ਉਹ ਜਿਹੜੇ ਲੋਕੀ ਆ ਉਹਨਾਂ ਨੂੰ ਪਤਾ ਲੱਗੇਗਾ ਕਿ ਤੁਹਾਡੀਆਂ ਲੜਾਈਆਂ ਉਹ ਆਪ ਲੜਦਾ ਤੁਹਾਡੇ ਲਈ। ਉਹਨਾਂ ਨੇ ਐਨੀਮੀ ਨੇ ਤੁਹਾਡੇ ਅਗੇਂਸਟ ਨਹੀਂ ਉਹਨਾਂ ਨੇ ਲਾਇਆ ਸੀਗਾ ਧਰਨਾ, ਉਹਨਾਂ ਨੇ ਤਾਂ ਸਿੱਧਾ ਰੱਬ ਦੇ ਅਗੇਂਸਟ ਜਿਹੜਾ ਨਾ ਉਹ ਉਹਨਾਂ ਨੂੰ ਧਰਨਾ ਉਹਨਾਂ ਦਾ ਲੱਗਿਆ ਕਿ ਰੱਬ ਉਹਨਾਂ ਲਈ ਆਪ ਧਰਤੀ ਉੱਤੇ ਆ ਕੇ ਲੜਿਆ। ਕਿਉਂਕਿ ਸਾਰਾ ਕੁਝ ਜਿਹੜਾ ਨਾ ਉਹ ਚੱਲਿਆ ਜਾਂਦਾ ਆ। ਅਸੀਂ ਮੈਸੇਜ ਦੇਖਣਾ ਕਿ ਦੁਨੀਆ ਦੇ ਉੱਤੇ ਜਦੋਂ ਅਸੀਂ ਸਾਰਾ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਹਾਸਲ ਕਰ ਲੈਂਦੇ ਆ ਉਸ ਤੋਂ ਪਿੱਛੋਂ ਅਗਰ ਅਸੀਂ ਤਾਕਤ ਆਪਣੀ ਜਿਹੜੀ ਆ ਨਾ ਉਹਨੂੰ ਮਤਲਬ ਐਕਸਰਸਾਈਜ਼ ਨਹੀਂ ਕੀਤਾ ਫੇਸ ਉਹਦੇ ਉੱਤੇ ਤੇ ਉਹ ਇੱਕ ਨਰਮ ਹੋ ਕੇ ਇੱਕ ਆਰਡੀਨਰੀ ਰੂਟੀਨ ਵਾਈਜ਼ ਬੈਠ ਜਾਂਦੀ ਹੈ ਤੇ ਤੁਸੀਂ ਫਿਰ ਤਾਕਤ ਜਿਹੜੀ ਆ ਉਹਨੂੰ ਤੁਸੀਂ ਬਿਠਾ ਦਿੰਦੇ ਆ, ਤੁਸੀਂ ਉਹਦੇ ਤੇ ਚੱਲ ਨਹੀਂ ਸਕਦੇ, ਤੁਸੀਂ ਵਰਤਦੇ ਨਹੀਂ ਆ। ਤੁਸੀਂ ਹਰ ਵੇਲੇ ਖੁਦਾ ਦੇ ਵਿੱਚ ਆਪਣਾ ਮਸਲ ਜਿਹੜਾ ਆ ਤਾਕਤ ਦਾ ਉਹਨੂੰ ਤੁਸੀਂ ਐਕਸਰਸਾਈਜ਼ ਕਰਦੇ ਰਹਿਣਾ ਤਾਂ ਕਿ ਉਹ ਹਿੰਮਤ ਉਹਦੇ 'ਚ ਰਵੇ, ਉਹ ਕਮਜ਼ੋਰ ਨਾ ਪੈ ਜਾਵੇ ਤੇ ਉਹ ਫਿਰ ਉਹਦੇ 'ਚ ਹਿੰਮਤ ਰਹੇਗੀ ਅਗਰ ਤੁਸੀਂ ਹਰ ਰੋਜ਼ ਆਪਣੀ ਜਿਹੜੀ ਤਾਕਤ ਆ ਉਹਨੂੰ ਇਹ ਨਹੀਂ ਕਿ ਇਕੱਲੀ ਫਿਜ਼ੀਕਲ ਐਕਸਰਸਾਈਜ਼, ਕਲਾਮ ਦੇ ਵਿੱਚ ਵਧਣ ਦੀ ਐਕਸਰਸਾਈਜ਼, ਉਹਨੂੰ ਜਾਣਨ ਦੀ ਐਕਸਰਸਾਈਜ਼, ਉਹਦੇ 'ਤੇ ਮੈਡੀਟੇਟ ਕਰਨ ਦੀ ਐਕਸਰਸਾਈਜ਼ ਤੇ ਜਦੋਂ ਤੁਹਾਨੂੰ ਜ਼ਰੂਰਤ ਪਵੇ ਉਸ ਵੇਲੇ ਬਿਨਾਂ ਡਰ ਤੋਂ ਉਹਨੂੰ ਵਰਤਣ ਦੀ ਐਕਸਰਸਾਈਜ਼, ਤੁਹਾਨੂੰ ਉਹਦੇ ਉੱਤੇ ਆਪਣੇ ਆਪ ਨੂੰ ਵੱਧਦੇ ਰਹਿਣਾ ਚਾਹੀਦਾ। Everything inevitably passes away, all problem, persecutions, enemies, shame, injustice, tribulations come to an end। ਕਿਉਂਕਿ ਖੁਦਾ ਕਹਿੰਦਾ ਹੈ ਕਿ ਸਭ ਕੁਝ ਚਲੇ ਜਾਂਦਾ। ਅਗਰ ਅਸੀਂ ਉਪਦੇਸ਼ਕ ਦੀ ਪੋਥੀ ਜਿਹਨੂੰ ਅਸੀਂ ਵਾਈਜ਼ ਦੀ ਕਿਤਾਬ ਕਹਿੰਦੇ ਆ ਉਹਦੇ ਵਿੱਚ ਜਿਹੜੇ ਅਸੀਂ ਲਾਸਟ ਚੈਪਟਰਸ ਦੇਖਦੇ ਆ ਉਹਨਾਂ ਦੇ ਵਿੱਚ ਕਿ ਦੁਨੀਆ ਉੱਤੇ ਸੂਰਜ ਦੇ ਸਭ ਕੁਝ ਹੋ ਕੇ ਚਲਿਆ ਜਾਂਦਾ ਆ। ਉਹਨੇ ਅਕਲਮੰਦ ਤੋਂ ਅਕਲਮੰਦ ਲੋਕਾਂ ਨੂੰ ਵੀ ਦੁਨੀਆ ਦੇ ਉੱਤੋਂ ਜਾਂਦੇ ਦੇਖਿਆ ਕਿ ਸਾਰਾ ਕੁਝ ਚਲੇ ਜਾਂਦਾ, ਸਾਰੀਆਂ ਮੁਸ਼ਕਿਲਾਂ ਵੀ ਇਸੇ ਤਰ੍ਹਾਂ ਖਤਮ ਹੋ ਜਾਂਦੀਆਂ, ਦੁਸ਼ਮਣ ਵੀ ਇੱਕ ਨਾ ਇੱਕ ਦਿਨ ਖਤਮ ਹੋ ਜਾਂਦੇ ਆ, ਸ਼ਰਮ ਵੀ ਇੱਕ ਨਾ ਇੱਕ ਦਿਨ ਖਤਮ ਹੋ ਜਾਂਦੀ ਆ ਤੇ ਜਿਹੜਾ ਹੈਗਾ ਆ ਮਤਲਬ ਇਹ ਬੇਇਨਸਾਫੀ ਤੇ ਜਿਹੜੇ ਹਮਲੇ ਉਹ ਵੀ ਇੱਕ ਨਾ ਇੱਕ ਦਿਨ ਖਤਮ ਹੋ ਜਾਂਦੇ। There are only two things that we can achieve today that will forever stay। ਦੋ ਚੀਜ਼ਾਂ ਨੇ ਸਿਰਫ ਜਿਹੜੀਆਂ ਹਮੇਸ਼ਾ ਸਾਡੀ ਜ਼ਿੰਦਗੀ 'ਚ ਰਹਿਣੀਆਂ ਨੇ। ਉਹ ਕਿਹੜੀਆਂ ਨੇ? ਸੈਲਵੇਸ਼ਨ ਐਂਡ ਰਾਈਚਸਨੈਸ। ਸਿਰਫ ਨਜਾਤ ਤੇ ਤੁਹਾਡਾ ਰਾਸਤੀ ਹੋਣਾ, ਇਹ ਸਿਰਫ ਪਿੱਛੇ ਰਹਿ ਜਾਂਦਾ ਹੈ। ਤੁਹਾਡੀ ਨਜਾਤ ਤੇ ਤੁਹਾਡੀ ਰਾਸਤਬਾਜ਼ੀ। They are the promise of living God made directly to the people in whose heart his law dwells। ਇਹ ਜਿਹੜਾ ਵਾਅਦਾ ਆ ਇਹ ਉਹਨਾਂ ਲੋਕਾਂ ਨਾਲ ਹੈ ਜਿਨ੍ਹਾਂ ਦੇ ਦਿਲ ਦੇ ਵਿੱਚ ਹਮੇਸ਼ਾ ਖੁਦਾ ਆਪ ਰਹਿੰਦਾ ਹੈ, ਜਿਨ੍ਹਾਂ ਦੇ ਦਿਲ ਦੇ ਵਿੱਚ ਉਹਦੇ ਲਈ ਜਗ੍ਹਾ ਆ, ਉਹਦੇ ਲਈ ਘਰ ਬਣਿਆ ਹੋਇਆ ਆ ਤੇ ਉਹ ਉਹਦੇ ਤੋਂ ਪੁੱਛਣ ਤੋਂ ਬਗੈਰ ਕੋਈ ਫੈਸਲਾ ਨਹੀਂ ਲੈਂਦੇ। ਇਹ ਭਾਵੇਂ ਉਹ ਕਿਸੇ ਨੂੰ ਉਹਨਾਂ ਨੇ ਗੱਲ ਹੀ ਕਿਉਂ ਨਾ ਕਰਨੀ ਹੋਵੇ, ਭਾਵੇਂ ਉਹਨੇ ਕਿਸੇ ਨੂੰ ਕੋਈ ਸਲਾਹ ਹੀ ਕਿਉਂ ਨਾ ਕਿਸੇ ਕੋਲ ਲੈਣੀ ਹੋਵੇ, ਉਹਨੂੰ ਪਹਿਲੇ ਉਹ ਸਲਾਹ ਉਹਦੇ ਕੋਲ ਲੈਂਦੇ। ਉਹਨਾਂ ਲਈ ਇਹ ਜਿਹੜੇ ਪ੍ਰੋਮਿਸ ਨੇ ਦੋਨੋਂ। People who are justified by faith, who strive to walk in his ways and continuously seek his righteousness। ਉਹ ਲੋਕੀ ਜਿਹੜੇ ਈਮਾਨ ਦੇ ਨਾਲ ਵੀ ਇਨਸਾਫ ਕਰਦੇ ਆ, ਇਹ ਨਹੀਂ ਕਿ ਈਮਾਨ ਦੀ ਗੱਲ ਕਰਦੇ ਆ ਪਰ ਉਹਨੂੰ ਜਾਣਨਾ ਨਹੀਂ ਚਾਹੁੰਦੇ। ਜਿਹੜੇ ਈਮਾਨ ਨੂੰ ਵਰਤਦੇ ਆ ਉਹ ਹਮੇਸ਼ਾ ਜਿਹੜੀ ਉਹਦੀ ਰਾਸਤਬਾਜ਼ੀ ਆ ਉਹ ਹਾਸਲ ਕਰ ਲੈਂਦੇ ਆ। We don't need to fear, everything will pass away। ਸਾਨੂੰ ਡਰਨ ਦੀ ਲੋੜ ਨਹੀਂ ਕਿ ਸਾਰਾ ਕੁਝ ਜਿਹੜਾ ਉਹ ਚਲੇ ਜਾਣਾ, ਇਹ ਡਰਨ ਦੀ ਲੋੜ ਨਹੀਂ ਕਿ ਇੱਕ ਨਾ ਇੱਕ ਦਿਨ ਅਸੀਂ ਖਤਮ ਹੋ ਜਾਣਾ ਆ, ਨਹੀਂ। Accept the word that proceed from the mouth of God। ਸਿਰਫ ਉਹ ਬਚਨ ਖੁਦਾ ਦਾ ਜਿਹੜਾ ਖੁਦ ਆਪ ਹੈ, ਜਿਹੜਾ ਉਹਦੇ ਮੂੰਹ ਦਾ ਨਿਕਲਿਆ ਹੋਇਆ ਕਲਮਾ, his righteousness will never be annulled।
ਉਹਦੀ ਰਾਸਤੀ ਜਿਹੜੀ ਹੈ ਨਾ, ਰਾਸਤਬਾਜ਼ੀ, ਉਹ ਕਦੇ ਵੀ ਖਤਮ ਨਹੀਂ ਹੋਏਗੀ। ਲੈਟ ਦੋਜ਼ ਹੂ ਹੈਵ ਐਨ ਈਅਰ ਹੇਅਰ ਐਂਡ ਓਬਜ਼ਰਵ, ਜਿਨ੍ਹਾਂ ਦੇ ਕੰਨ ਆ ਉਹ ਇਸ ਚੀਜ਼ ਨੂੰ ਸੁਣਨ ਅਤੇ ਉਹਨੂੰ 'ਤੇ ਅਮਲ ਕਰਨ ਕਿ ਜਿਹੜੀ ਸਿਰਫ ਬਾਕੀ ਸਭ ਕੁਝ ਖਤਮ ਹੋ ਜਾਣਾ, ਸਿਰਫ ਜਿਹੜੀ ਰਾਸਤਬਾਜ਼ੀ ਆ ਉਹ ਤੁਹਾਡੀ ਨਾਲ ਰਹਿਣੀ ਆ। ਦ ਸਪਿਰਿਟ ਆਫ ਦਿਸ ਵਰਡ ਬੀ ਫਿਲਡ ਵਿਦ ਸਟਰੈਂਥ ਐਂਡ ਕਰੇਜ। ਆਹ ਜਿਹੜੇ ਬਚਨ ਦੀ ਜਿਹੜੀ ਤਾਕਤ ਆ ਉਹੀ ਤੁਹਾਨੂੰ ਤਾਕਤ ਦੇ ਨਾਲ ਅਤੇ ਹੌਸਲੇ ਦੇ ਨਾਲ ਆ ਜਿਹੜੀ ਕਲਾਮ ਆ ਇਹ ਭਰਦਾ ਆ। ਸੋ ਅਸੀਂ ਅੱਜ ਦੇ ਜਿਹੜਾ ਕਲਾਮ ਹੈ ਉਹ ਤੋਂ ਸਿੱਖਿਆ ਆ ਕਿ ਕਮਜ਼ੋਰਾਂ ਦੀ ਲੜਾਈ ਵੀ ਖੁਦਾ ਆਪ ਲੜਦਾ ਹੈ। ਕਦੋਂ? ਜਦੋਂ ਉਹ ਆਪਣਾ ਆਪ ਖੁਦਾ ਦੇ ਹਵਾਲੇ ਕਰ ਦਿੰਦੇ ਆ ਅਤੇ ਉਹ ਆਪਣੇ ਆਪ ਨੂੰ ਉਹਦੇ ਤਰੀਕੇ 'ਤੇ ਚਲਾਉਂਦੇ ਆ। ਅਸੀਂ ਅੱਜ ਇਹ ਵੀ ਸਿੱਖਿਆ ਕਿ ਖੁਦਾ ਆਪਣਾ ਸੁਨੇਹਾ ਉਹਨਾਂ ਲੋਕਾਂ ਉੱਤੇ ਅਸ਼ਕਾਰਾ ਕਰਦਾ ਹੈ, ਉਹਨਾਂ ਦੇ ਦਿਲਾਂ ਦੇ ਵਿੱਚ ਰਹਿੰਦਾ ਜਿਹੜੇ ਧਾਰਮੀ ਆ ਅਤੇ ਜਿਹੜੇ ਨਜਾਤ ਨੂੰ ਅਤੇ ਰਾਸਤਬਾਜ਼ੀ ਨੂੰ ਘੁੱਟ ਕੇ ਪਕੜਨ ਲਈ ਤਿਆਰ ਆ ਹਰ ਵੇਲੇ, ਜਿਹੜੇ ਆਪਣੇ ਫੇਥ ਨੂੰ, ਯਕੀਨ ਨੂੰ, ਈਮਾਨ ਨੂੰ ਐਕਸਰਸਾਈਜ਼ ਕਰਨ ਲਈ ਤਿਆਰ ਆ। ਕਿਉਂ? ਫਿਰ ਖੁਦਾ ਉਹਨਾਂ ਦੀਆਂ ਹਰ ਮੁਸ਼ਕਲਾਂ ਦੇ ਵਿੱਚ ਉਹਨਾਂ ਦੇ ਨਾਲ ਲੜਦਾ ਹੈ। ਥੈਂਕ ਯੂ ਫॉर ਦਿਸ ਵਰਡ ਟੁਡੇ Lord. I thank you for your word, your kind word, in the name of my Lord Jesus Christ. I hope everybody will benefit from your word and they will use this word according the need of themselves, in the name of Lord Jesus Christ. ਖੁਦਾਵੰ ਤੇਰਾ ਸ਼ੁਕਰ ਕਰਦੀ ਹਾਂ ਅੱਜ ਦੇ ਇਸ ਬਚਨ ਲਈ। ਖੁਦਾਵੰ ਜਿਹੜਾ ਤੂੰ ਆਪਣੀ ਬੱਚੇ ਮੇਰੇ ਮੂੰਹ ਨੂੰ ਇਸਤੇਮਾਲ ਕੀਤਾ, ਖੁਦਾਵੰ ਇਸ ਕਲਾਮ ਨੂੰ, ਇਸ ਬਚਨ ਨੂੰ, ਖੁਦਾਵੰ ਜਿਨ੍ਹਾਂ ਲੋਕਾਂ ਦੇ ਉੱਪਰ ਤੂੰ ਖੁਦਾਵੰ ਪੁੱਜਦਾ ਕਰ ਰਿਹਾ, ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਜੋ ਵੀ ਕਮਜ਼ੋਰੀਆਂ ਨੇ, ਜੋ ਵੀ ਲੜਾਈਆਂ ਨੇ ਖੁਦਾਵੰ, ਉਹ ਤੇਰੇ ਕਲਾਮ ਦੇ ਰਾਹੀਂ ਖੁਦਾਵੰ ਤੇਰੇ ਨਾਲ ਖੁਦਾਵੰ ਉਹ ਤੇਰੇ ਰਾਹੀਂ ਆਪਣੇ ਉੱਤੇ ਜਿੱਤ ਪ੍ਰਾਪਤ ਕਰ ਸਕਦੇ, ਜਿੱਤ ਪ੍ਰਾਪਤ ਕਰਨ ਜਦੋਂ ਖੁਦਾਵੰ ਉਹ ਤੇਰੇ ਕਲਾਮ ਦੇ ਮੁਤਾਬਿਕ ਚੱਲਣ। Thank you for giving me this opportunity to give you this word to the people who need you, in the name of Lord Jesus Christ. Amen. Amen.